ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਨਾਮ ਮਨਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਮੇਅਰ ਬਲਕਾਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ। ਵਿਕਾਸ ਲਈ ਦਿੱਤੀਆਂ ਗਈਆਂ ਅਹਿਮ ਮਨਜ਼ੂਰੀਆਂ, ਕੂੜੇ ਦੀ ਸਮੱਸਿਆ ਨੂੰ ਵੀ ਜਲਦ ਹੱਲ ਕਰਨ ਦਾ ਦਿੱਤੇ ਨਿਰਦੇਸ਼। ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਹੋਇਆ ਹੰਗਾਮਾ। ਸਾਧੂ ਦੇ ਭੇਖ 'ਚ ਲੁਟੇਰੇ ਨੇ ਲੁੱਟੇ ਪੈਸੇ। ਲੋਕਾਂ ਨੇ ਸਾਧੂ ਨੂੰ ਕਾਬੂ ਕਰ ਚਾੜਿਆ ਕਟਾਪਾ। ABVP ਮੈਂਬਰਾਂ ਨੇ ਨਿੱਜੀ ਸਕੂਲ ਦੇ ਪ੍ਰਬੰਧਕਾਂ ਤੇ ਲਾਏ ਇਲਜ਼ਾਮ। ਸਕੂਲ 'ਚ ਵੱਖਰੀ ਤਰ੍ਹਾਂ ਦੀ ਕਿਤਾਬ ਪੜ੍ਹਾਉਣ ਤੇ ਲਗਾਏ ਇਲਜ਼ਾਮ। ਰਾਏਕੋਟ 'ਚ ਬਾਈਕ ਸਵਾਰ ਲੁਟੇਰੇ ਨੇ ਖੋਇਆ ਔਰਤ ਦਾ ਪਰਸ 'ਚ ਸੀ ਕਰੀਬ 1.5 ਲੱਖ ਦੀ ਨਕਦੀ। ਬੈਂਕ ਦੇ ਵਿੱਚ ਨਕਦੀ ਜਮ੍ਹਾਂ ਕਰਾਉਣ ਦੇ ਲਈ ਜਾ ਰਹੀ ਸੀ ਔਰਤ। ਹੁਣ ਖਬਰਾਂ ਵਿਸਥਾਰ ਨਾਲ। ਜਲੰਧਰ ਬਾਈਪਾਸ ਦੇ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਾਧੂਆਂ ਦੇ ਭੇਸ ਦੇ ਵਿੱਚ ਦੋ ਲੁਟੇਰੇ ਇੱਕ ਵਿਅਕਤੀ ਤੋਂ 5000 ਰੁਪਏ ਖੋਹ ਕੇ ਭੱਜ ਗਏ ਅਤੇ ਬਾਅਦ ਵਿੱਚ ਲੋਕਾਂ ਨੇ ਭੱਜ ਕੇ ਉਸ ਸਾਧੂ ਨੂੰ ਕਾਬੂ ਕੀਤਾ ਅਤੇ ਉਸ ਦਾ ਜੰਮ ਕੇ ਕਟਾਪਾ ਉਤਾਰਿਆ। फैक्ट्री आए मंगन वास्ते आए असं क्या 10 रुपए दे दे, चल कोई गल नहीं, गरीब बंदा 10 रुपए दे दे। वो बंदे इन्होंने भोलिया भालिया गल्लां तो फसा लिया, फसा के उस तो बाद 3000 रुपया खो के लै गए। हुण इस टाइम सानूं 2500 रुपया देता, 500 रुपया हजे भी रहता। ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਜ਼ਿਲ੍ਹੇ ਦੇ ਵਿਕਾਸ ਲਈ ਅਹਿਮ ਮਨਜ਼ੂਰੀਆਂ ਦਿੱਤੀਆਂ ਗਈਆਂ। ਇਸ ਮੌਕੇ ਮੇਅਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਕੰਪੈਕਟਰ ਲਾਉਣ ਦਾ ਕੰਮ ਜਲਦ ਪੂਰਾ ਕੀਤਾ ਜਾਵੇਗਾ ਤਾਂ ਜੋ ਸੜਕ ਤੇ ਖਿਲ ਰਹੇ ਕੂੜੇ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਵੀ ਉਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਅਲਾਟ ਕੀਤੇ ਗਏ ਬਜਟ ਵਿੱਚ ਰਹਿ ਕੇ ਹੀ ਇਹਨਾਂ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਇਲੈਕਸ਼ਨ ਦਾ ਕੋਡ ਲੱਗਣ ਤੋਂ ਬਾਅਦ ਪਹਿਲੀ ਫਾਈਨੈਂਸ ਕਮੇਟੀ ਦੀ ਮੀਟਿੰਗ ਹੋਈ ਹੈ ਕਿਉਂ ਬਹੁਤ ਕੰਮ ਪੈਂਡਿੰਗ ਪਏ ਹੋਏ ਸੀ। ਐਮਰਜੈਂਸੀ ਕਾਲ ਸੀ। ਅੱਜ ਜੋ ਸਰਬਸੰਮਤੀ ਨਾਲ ਫੈਸਲਾ ਇੱਥੇ ਫਾਈਨੈਂਸ ਕਮੇਟੀ ਨੇ ਲਿਆ ਉਹਦੇ 'ਚ ਇਹੀ ਲਿਆ ਜਿਹੜੇ ਵੀ ਐਮਰਜੈਂਸੀ ਕੰਮ ਨੇ ਉਹ ਕੱਢੇ ਜਾਣਗੇ ਔਰ ਬਜਟ ਤੋਂ ਬਾਅਦ ਨਹੀਂ ਜਾਇਆ ਜਾਏਗਾ। ਜੋ ਗਾਈਡਲਾਈਨ ਗਵਰਨਮੈਂਟ ਦੀ ਲੈਟਰ ਆਈ ਹੋਈ ਆ ਜੋ ਬਜਟ ਦੇ ਵਿੱਚ ਪ੍ਰੋਵੀਜ਼ਨ ਹੈ ਵੀ ਇੰਨੇ ਦੀ ਅਸੀਂ ਡਿਵੈਲਪਮੈਂਟ ਕਰਾ ਸਕਦੇ ਹਾਂ ਉਹ ਦਿੱਤਾ ਸਾਡੀ ਡਿਊਟੀ ਲਾਤੀ। ਨੈਕਸਟ ਮੀਟਿੰਗ ਅਗਲੇ ਮਹੀਨੇ ਦੇ ਸਟਾਰਟ 'ਚ ਹੀ ਰੱਖੀ ਜਾਏਗੀ ਅਤੇ ਉਹਦੇ ਸਾਰੀਆਂ ਫਾਈਲਾਂ ਕੱਢ ਦਿੱਤੀਆਂ, ਖਾਸ ਕਰ ਕੌਂਸਲ ਕੋਟੇ ਦੀਆਂ ਜਿਹੜੀਆਂ ਵੀ ਹੈਗੀਆਂ ਨੇ ਸਾਰੀਆਂ ਉਹ ਵੀ ਕੱਢ ਦਿੱਤੀਆਂ ਜਾਣ। ਨਗਰ ਨਿਗਮ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਇੰਟਰਲੌਕ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇੰਟਰਲੌਕ ਟਾਈਲਾਂ ਲਗਾਉਣ ਸਮੇਂ ਸਹੀ ਮਟੀਰੀਅਲ ਨਾ ਪਾਉਣ ਕਾਰਨ ਟਾਈਲਾਂ ਦੱਬਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਹੁਣ ਬੈਂਸਮੈਨ ਰੋਡ ਤੇ ਕੁਝ ਦਿਨ ਪਹਿਲਾਂ ਲਗਾਈਆਂ ਟਾਈਲਾਂ ਦੱਬਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜਨਤਾ ਦੇ ਪੈਸੇ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਇਹ ਅੱਜ ਤੋਂ 10 ਕੁ ਦਿਨ ਪਹਿਲਾਂ ਸਾਡੇ ਇੱਥੇ ਇੰਟਰਲੌਕਿੰਗ ਟਾਇਲ ਦਾ ਵਰਕ ਚੱਲਿਆ ਜਿਹਦੇ ਵਿੱਚ ਕਿ ਨਾ ਤਾਂ ਇਹਨਾਂ ਨੇ ਕੋਈ ਮਟੀਰੀਅਲ ਪਾਇਆ ਨਾ ਹੀ ਇਹਦੇ ਉੱਪਰ ਟਾਇਲਾਂ ਲੱਗਣ ਤੋਂ ਬਾਅਦ ਕੋਈ ਰੇਤਾ ਪਾਇਆ ਨਾ ਕੁਛ ਪਾਇਆ, ਬਸ ਉੱਦਾਂ ਹੀ ਚੱਲ ਪਹਿਲੇ ਤਾਂ ਮਹੀਨਾ ਇਹਨਾਂ ਨੇ ਪਰੇਸ਼ਾਨ ਕੀਤੀ ਰੱਖਿਆ, ਕਦੀ ਲੇਬਰ ਹੈ ਨਹੀਂ ਕਦੀ ਕੁਛ ਹੈ ਨਹੀਂ। ਹੁਣ ਜਦੋਂ ਕੰਮ ਹੋਇਆ ਹੀ ਹੈ ਤਾਂ ਤੁਸੀਂ ਦੇਖਿਆ ਹੋਣਾ ਵੀ 2-2 ਫੁੱਟ ਇਹਨਾਂ ਨੇ ਕੰਮ ਹੀ ਟਾਇਲਾਂ ਸਾਰੀਆਂ ਹਿੱਲੀਆਂ, 1.5 ਫੁੱਟ ਟਾਇਲਾਂ ਹੀ ਬਹਿ ਗਈਆਂ। ਸਾਰੀ ਗਲੀ ਸਾਰੀਆਂ ਸੜਕ ਦੇ ਉੱਤੇ ਟਾਇਲਾਂ ਹਿੱਲੀਆਂ ਹੋਈਆਂ। ਇਸ ਚੀਜ਼ ਦੀ ਕੰਪਲੇਂਟ ਮੈਂ ਤਜਿੰਦਰ ਸਿੰਘ ਜਈ ਨੂੰ ਵੀ ਕੀਤੀ ਹੈ। ਇਹਨਾਂ ਦਾ ਜਿਹੜਾ ਠੇਕੇਦਾਰ ਹੈ ਨਰੇਸ਼ ਪੁਰੀ, ਮੈਂ ਉਹਨੂੰ ਵੀ ਬੜੀ ਵਾਰੀ ਗੱਲ ਕੀਤੀ ਹੈ ਪਰ ਉਹ ਕਹਿੰਦਾ ਜੀ ਹੋ ਗਿਆ ਜੀ, ਬਸ ਇੱਦਾਂ ਹੀ ਹੈ ਜੀ, ਸਾਨੂੰ ਇੰਨਾ ਹੀ ਟੈਂਡਰ ਮਿਲਿਆ, ਸਾਡਾ ਇਹੀ ਸਿਸਟਮ ਹੈ ਜੀ। ਡੀਸੀ ਦਫ਼ਤਰ ਦੇ ਦੂਜੀ ਮੰਜ਼ਿਲ ਤੇ ਬਣੇ NRI ਬ੍ਰਾਂਚ ਦੇ ਦਫ਼ਤਰ ਵਿੱਚ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਲੱਗ ਗਈ। ਇਹ ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਅਗਲੇ ਦਿਨ ਆ ਕੇ ਦਫ਼ਤਰ ਖੋਲ੍ਹਿਆ ਗਿਆ। ਅੱਗ ਦੇ ਨਾਲ ਦਫ਼ਤਰ ਤੇ ਪਏ 3 ਕੰਪਿਊਟਰ 2 AC ਉੱਥੇ ਹੀ ਪਏ ਸਰਕਾਰੀ ਦਸਤਾਵੇਜ਼ ਵੀ ਸੜ ਕੇ ਸੁਆਹ ਹੋ ਗਏ। ਫਿਲਹਾਲ ਇਸ ਅੱਗ ਦੇ ਨੁਕਸਾਨ ਕਿੰਨਾ ਕੀਤਾ ਹੈ ਇਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। हाँ जी, साढ़े जोड़े इंजीनियर ने सवेरे उन्होंने जो NIC का ऑफिस ओपन किया लगभग 8 बजे उन्होंने मैनू रिपोर्ट की तो असी आके इत्थे देखा कि सारा कुछ जुड़िया होया सीगा। अग के कारण असी फायर ऑफिसर जोड़े ने उन्होंने तलब किया तो उन्होंने जी रिपोर्ट है वो वेटेड है उहदे मुताबिक जी अग है शॉर्ट सर्किट के कारण लगी है। सर कितना नुकसान हो गया? नुकसान का असी असैसमेंट कर रहे हैं। इनिशली जोड़ा है सानू कुछ 3.5-4 कंप्यूटर 2 AC तो कुछ नैटवर्किंग इक्विपमेंट्स तो टेबल तो चेयर तो सर कई का रिकॉर्ड भी पिया सी नहीं ਉਹਦੇ ਬਾਰੇ ਹਲੇ ਅਸੀਂ ਫਾਈਲਸ ਚੈੱਕ ਕਰ ਰਹੇ ਹਾਂ। ਉਹਦੇ ਬਾਰੇ ਹਲੇ ਅਸੀਂ ਚੈੱਕ ਕਰਾਂਗੇ ਫਿਰ ਪਤਾ ਚੱਲੇਗਾ।
ਲੁਧਿਆਣਾ ਦੀ ਰਾਣਾ ਝਾਂਸੀ ਰੋਡ ਤੇ ਦੋ ਮਹਿਲਾਵਾਂ ਵੱਲੋਂ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਚੋਰੀ ਦੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਘਰ ਦੇ ਮਾਲਕਿਨ ਆਪਣੇ ਘਰ ਦੇ ਬਾਹਰ ਖੜੀ ਸੀ। ਇਹਨਾਂ ਮਹਿਲਾਵਾਂ ਨੇ ਆ ਕੇ ਉਸ ਤੋਂ ਘਰ ਦੀ ਸਾਫ਼ ਸਫਾਈ ਕਰਨ ਦੀ ਨੌਕਰੀ ਦੀ ਮੰਗ ਕੀਤੀ। ਹਾਲਾਂਕਿ ਘਰ ਦੀ ਮਾਲਕਿਨ ਨੇ ਇਹਨਾਂ ਔਰਤਾਂ ਨੂੰ ਅਗਲੇ ਦਿਨ ਆਉਣ ਲਈ ਕਿਹਾ, ਮਗਰ ਇਹਨਾਂ ਸ਼ਾਤਿਰ ਔਰਤਾਂ ਨੇ ਮਜਬੂਰੀ ਦਾ ਹਵਾਲਾ ਦਿੰਦੇ ਹੋਏ ਉਸ ਦਿਨ ਤੋਂ ਹੀ ਕੰਮ ਕਰਨ ਲਈ ਕਿਹਾ, ਜਿਸ ਤੋਂ ਬਾਅਦ ਇਹਨਾਂ ਮਹਿਲਾਵਾਂ ਨੇ ਕੁਝ ਮਿੰਟਾਂ ਦੇ ਲਈ ਹੀ ਘਰ ਵਿੱਚ ਰਹਿ ਕੇ ਘਰ ਦੀ ਸਫਾਈ ਕੀਤੀ ਅਤੇ ਸਿਰਫ 20 ਮਿੰਟਾਂ ਦੇ ਅੰਦਰ ਹੀ ਘਰ ਦੇ ਵਿੱਚੋਂ 10 ਗ੍ਰਾਮ ਸੋਨਾ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਡੀਐਮਸੀ ਦੇ ਡਾਕਟਰਾਂ ਦਾ ਮੋਬਾਈਲ ਚੋਰੀ ਕਰਨ ਵਾਲੇ ਚੋਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਮੀਡੀਆ ਨਾਲ ਗੱਲਬਾਤ ਕਰਨ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀ ਵੱਲੋਂ ਵੱਖ-ਵੱਖ ਕੰਪਨੀਆਂ ਦੇ ਮੋਬਾਈਲ, ਲੈਪਟਾਪ ਅਤੇ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡਿਵੀਜ਼ਨ ਨੰਬਰ 8 ਦੀ ਚੌਂਕੀ ਡੀਐਮਸੀ ਦੇ ਇੰਚਾਰਜ ਜਿਹੜੇ ਹੈਗੇ ਸਤਨਾਮ ਸਿੰਘ ਏਐਸਆਈ, ਇਹਨਾਂ ਨੂੰ 19/5 ਨੂੰ ਡਾਕਟਰ ਰਮਾ ਗੁਪਤਾ ਉੱਥੇ ਡੀਐਮਸੀ ਦੇ ਵਿੱਚ ਹੀ ਕੰਮ ਕਰਦੇ ਆ, ਉਹ ਵਾਸ਼ਰੂਮ ਗਏ ਸੀਗੇ। ਉਹਨਾਂ ਨੇ ਇਤਲਾਹ ਦਿੱਤੀ ਆ ਕੇ ਕਿ ਮੈਂ ਵਾਸ਼ਰੂਮ ਗਈ ਸੀ ਔਰ ਮੇਰਾ ਕੋਈ ਮੋਬਾਈਲ ਪਿੱਛੋਂ ਚੋਰੀ ਕਰਕੇ ਲੈ ਗਿਆ, ਜਿਸ ਤੇ ਇਹਨਾਂ ਨੇ 89 ਨੰਬਰ ਐਫਆਈਆਰ ਲੌਂਚ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਔਰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੇਤਨ ਕੁਮਾਰ, ਇੱਕ ਕੇਤੂ ਨਾਮ ਦਾ ਲੜਕਾ ਆ ਜੋ ਕਿ ਬੇਸਿਕਲੀ ਨੇਪਾਲੀ ਹੈ, ਬਟ ਡੁਗਰੀ ਏਰੀਆ ਦੇ ਵਿੱਚ ਇਹ ਰਹਿੰਦਾ ਆ ਤੇ ਇਹ ਹੁਣ ਵੀ ਉਸ ਜਗ੍ਹਾ ਤੇ ਫਰਾਕ 'ਚ ਸੀਗਾ ਚੋਰੀ ਦੇ ਵਗੈਰਾ ਕਰਨ ਦੇ। ਇਹਨਾਂ ਨੇ ਉਹਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਕਾਬੂ ਕਰ ਲਿਆ। ਕਾਬੂ ਕਰਕੇ ਤੇ ਡਾਕਟਰ ਰਮਾ ਗੁਪਤਾ, ਉਹਨਾਂ ਦਾ ਵੀ ਮੋਬਾਈਲ ਰਿਕਵਰ ਹੋ ਗਿਆ। ਇਸ ਤੋਂ ਇਲਾਵਾ ਇਹਨਾਂ ਨੇ ਕੋਈ 6 ਮੋਬਾਈਲ ਹੋਰ ਰਿਕਵਰ ਕੀਤੇ ਆ, 2 ਲੈਪਟਾਪ, ਇੱਕ ਇਹਦੇ ਕੋਲੋਂ ਰੇਂਜਰ ਸਾਈਕਲ ਵੀ ਬਰਾਮਦ ਕੀਤਾ ਹੈ ਤੇ 2 ਚੋਰੀ ਦੇ ਮੋਟਰਸਾਈਕਲ ਵੀ ਇਹਦੇ ਕੋਲ ਰਿਕਵਰ ਕੀਤੇ ਆ। ਰਾਏਕੋਟ ਸ਼ਹਿਰ ਚ ਲੁਧਿਆਣਾ ਰੋਡ ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਦੁਪਹਿਰ ਸਮੇਂ ਬਾਈਕ ਸਵਾਰ ਲੁਟੇਰੇ ਬੈਂਕ ਮੁਲਾਜ਼ਮ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 1.5 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਰੱਖੇ ਗਏ ਸੀ। ਇਸ ਘਟਨਾ ਸੰਬੰਧੀ ਪੀੜਿਤ ਜਤਿੰਦਰ ਕੌਰ ਨੇ ਦੱਸਿਆ ਕਿ ਉਹ ਫਿਨੋ ਪੇਮੈਂਟ ਬੈਂਕ ਵਿੱਚ ਕੰਮ ਕਰਦੀ ਹੈ ਅਤੇ ਰੋਜ਼ਾਨਾ ਹੀ ਕੰਪਨੀ ਦੀ ਪੇਮੈਂਟ ਪੀਐਨਬੀ ਬ੍ਰਾਂਚ ਤੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਲਈ ਜਾਂਦੀ ਹੈ ਅਤੇ ਅੱਜ ਵੀ ਬੈਂਕ ਦੀ ਪੇਮੈਂਟ ਲੈ ਕੇ ਉਹ ਜਾ ਰਹੀ ਸੀ, ਜਿਸ ਦੌਰਾਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅੱਜ ਮੈਂ ਜਦੋਂ ਪਹਿਲਾਂ ਆਉਂਦੇ ਵਕਤ ਮੈਂ ਕੁਝ ਪੇਮੈਂਟ 2,97,710 ਰੁਪਏ ਪੀਐਨਬੀ ਬੈਂਕ 'ਚ ਜਮ੍ਹਾਂ ਕਰਾਏ। ਉਸ ਤੋਂ ਇਲਾਵਾ 40,000 ਦੇ ਤਕਰੀਬਨ ਮੇਰੇ ਕੋਲ ਹੋਰ ਪੇਮੈਂਟ ਸੀ ਜਿਹਦਾ ਵਾਊਚਰ ਨਹੀਂ ਸੀ ਮੇਰੇ ਕੋਲ ਭਰਿਆ ਹੋਇਆ। ਫਿਰ ਮੈਂ HDFC ਬੈਂਕ 'ਚ 95,000 ਦਾ ਚੈੱਕ ਲੈ ਕੇ ਗਈ ਸੀ। ਉਹ ਪੇਮੈਂਟ ਕਢਾਈ, ਉਹ ਕਢਾ ਕੇ ਮੈਂ ਕੰਪਨੀ ਦੇ ਅਕਾਊਂਟ ਫਿਨੋ ਪੇਮੈਂਟਸ ਬੈਂਕ 'ਚ ਡਿਪੋਜ਼ਿਟ ਕਰਵਾਉਣਾ ਸੀ। ਪਰ ਉਸ ਤੋਂ ਪਹਿਲਾਂ ਹੀ ਪੀਐਨਬੀ ਬੈਂਕ ਕੋਲੋਂ ਜਦੋਂ ਪੇਮੈਂਟ ਕਢਾ ਕੇ ਮੈਂ ਪਹੁੰਚੀ ਤਾਂ ਇੱਕ ਬਾਈਕ ਸਵਾਰ ਮੇਰੀ ਪੇਮੈਂਟ ਖੋਹ ਕੇ, ਮੇਰੀ ਪਰਸ ਹੀ ਖੋਹ ਕੇ ਲੈ ਗਿਆ, ਜਿਹਦੇ 'ਚ ਮੇਰੀ ਤਕਰੀਬਨ 1.5 ਲੱਖ ਤੋਂ ਥੱਲੇ ਪੇਮੈਂਟ। ਲੁਧਿਆਣਾ ਦੇ ਫੋਕਲ ਪੁਆਇੰਟ ਵਿਖੇ BCM ਸਕੂਲ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸੰਬੰਧੀ PCR ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ PCR ਦੇ ਇੰਚਾਰਜ ਵੱਲੋਂ ਕਵਿਤਾਵਾਂ ਰਾਹੀਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਦੱਸੀ ਗਈ। ਇਸ ਦੌਰਾਨ ਬੱਚਿਆਂ ਅਤੇ ਅਧਿਕਾਰੀਆਂ ਵੱਲੋਂ ਟ੍ਰੈਫਿਕ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਨ ਦੇ ਦੌਰਾਨ ਉਹਨਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸੜਕ ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅੱਜ ਅਸੀਂ BCM ਸਕੂਲ ਫੋਕਲ ਪੁਆਇੰਟ ਲੁਧਿਆਣਾ ਪੁੱਜੇ ਹਾਂ, ਜਿੱਥੇ ਪੁੱਜ ਕੇ ਅੱਜ ਇੱਕ ਸੈਮੀਨਾਰ ਲਾਇਆ ਗਿਆ ਜਿਹੜਾ ਕਿ ਬੱਚਿਆਂ ਨੂੰ ਟ੍ਰੈਫਿਕ ਰੂਲ ਸੰਬੰਧੀ ਸਮਝਾਇਆ ਗਿਆ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਨੇ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਹੈ। ਇਸੇ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਟ੍ਰੈਫਿਕ ਦੇ ਰੂਲ ਸੰਬੰਧੀ ਜਾਂ ਐਕਸੀਡੈਂਟ ਤੋਂ ਬਚਣ ਲਈ ਅੱਜ ਅਸੀਂ ਸਿਖਾਇਆ ਹੈ। ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਐਕਸੀਡੈਂਟ ਤੋਂ ਬਚਾਉਣ ਲਈ ਇੱਕ ਸੈਮੀਨਾਰ ਲਾ ਕੇ ਇੱਕ ਮੈਂ ਜਿਹੜੀ ਹੈਗੀ ਆ ਟ੍ਰੈਫਿਕ ਨਿਯਮ ਸੰਬੰਧੀ ਕਵਿਤਾ ਵੀ ਲਿਖੀ ਆ, ਬੱਚਿਆਂ ਨੂੰ ਸਮਝਾਇਆ ਵੀ ਜਿਹੜਾ ਐਕਸੀਡੈਂਟ ਤੋਂ ਕਿਵੇਂ ਬਚਣਾ, ਅਸੀਂ ਕਿਵੇਂ ਪੜ੍ਹਾਈ ਦੇ ਨਾਲ ਜਿਹੜਾ ਜ਼ਰੂਰੀ ਆ ਐਕਸੀਡੈਂਟ ਤੋਂ ਬਚਣ ਲਈ ਧਿਆਨ ਜ਼ਰੂਰ ਦੇਣਾ ਚਾਹੀਦਾ। ਰਾਏਕੋਟ ਦੇ ਪਿੰਡ ਜਲਾਲਦੀਵਾਲ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਇੱਕ ਤਹਿਸੀਲ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਖੇਤੀਬਾੜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵਾਤਾਵਰਣ ਪ੍ਰੇਮੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕ ਕੀਤਾ। ਇਹੀ ਕਹਿਣਾ ਚਾਹੁੰਦੀ ਹਾਂ ਜੀ ਕਿ ਅਸੀਂ ਪਹਿਲਾਂ ਵੀ ਕਰਦੇ ਰਹੇ ਹੈਗੇ ਹਾਂ ਅਤੇ ਸਿੱਧੀ ਬਿਜਾਈ ਜਿਹੜੀ ਹੈਗੀ ਹੈ ਉਹਦੇ ਬਾਰੇ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਹਾਂ। ਜਿੱਥੇ ਬਹੁਤ ਵੱਡਾ ਕੈਂਪ ਲੱਗਿਆ ਹੈ, ਜਿੱਥੇ ਸਬਜੈਕਟ ਦੇ ਐਕਸਪਰਟਸ ਆਏ ਨੇ, ਤਕਨੀਕੀ ਐਕਸਪਰਟਸ ਆਏ ਨੇ ਅਤੇ ਸਾਡੇ ਕਿਸਾਨ ਵੀਰ ਪਤਵੰਤੇ ਪਿੰਡਾਂ ਦੇ ਆਏ ਨੇ ਅਤੇ ਅਸੀਂ ਉਹਨਾਂ ਨਾਲ ਰਲ ਮਿਲ ਕੇ ਸਰਕਾਰ ਦਾ ਜਿਹੜਾ ਸੁਨੇਹਾ ਹੈ
ਕਿ ਪਾਣੀ ਦਾ ਬਚਾਅ ਤੇ ਪਰਿਆਵਰਨ ਦਾ ਬਚਾਅ ਕਰਵਾਇਆ ਜਾਏ, ਤੇ ਉਹ ਕਰਕੇ ਉਹਨਾਂ ਨੂੰ ਅਸੀਂ ਸਿੱਧੀ ਬਿਜਾਈ ਦੀ ਐਡਵਾਂਟੇਜਸ ਵੀ ਦੱਸੀਆਂ ਹੈਗੀਆਂ, ਤੇ ਉਹਨਾਂ ਦੇ ਕੋਈ ਜਿਹੜੇ ਇਸ਼ੂਜ਼ ਹੁੰਦੇ ਆ, ਤਕਨੀਕੀ ਪ੍ਰੋਬਲਮਸ ਹੁੰਦੀਆਂ ਹੈਗੀਆਂ, ਉਹ ਵੀ ਐਡਰੈਸ ਕਰਵਾਈਆਂ ਹੈਗੀਆਂ। ਬਹੁਤ ਵਧੀਆ ਸੈਮੀਨਾਰ ਕਰਾਇਆ ਜੀ, ਅੱਗੇ ਦੀ ਲੋੜ ਹੈ ਤੇ ਖੇਤੀਬਾੜੀ ਵਿਭਾਗ ਵੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਜਿਹੜਾ ਹੈਗਾ ਆਪਣੇ ਸਿੱਧੀ ਬਿਜਾਈ ਲਈ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ, ਤੇ ਅਸੀਂ ਸੈਂਪਲਿੰਗ ਵੀ ਕਰ ਰਹੇ ਹਾਂ ਨਾਲ ਵੀ ਉਹਦੇ ਨਾਲ, ਤਾਂ ਕਿ ਜਿਹੜੀ ਆ ਹਰਬੀਸਾਈਡ ਵਧੀਆ ਕੁਆਲਿਟੀ ਦੇ ਕਿਸਾਨਾਂ ਨੂੰ ਪਹੁੰਚੇ, ਅਤੇ ਟਿਊਨ ਮਾਰ ਦਵਾਈ ਵੀ ਅਸੀਂ ਮੁਹਿੰਮ ਚਲਾ ਰਹੇ, ਕਿਉਂਕਿ ਦੋ ਹੀ ਪ੍ਰੋਬਲਮ ਆਉਂਦੀਆਂ ਨੇ ਇਹਦੇ ਵਿੱਚ, ਜਾਂ ਨਦੀਨਾਂ ਦੀ ਪ੍ਰੋਬਲਮ ਹੁੰਦੀ ਹੈ ਜਾਂ ਖੂਨ। ਦੋਨਾਂ ਨੂੰ ਅਸੀਂ ਪਿੰਡੋਂ ਪਿੰਡ ਕੈਂਪ ਲਾ ਰਹੇ ਹਾਂ। 141 ਟੀਮਾਂ ਬਣਾਈਆਂ ਹੋਈਆਂ ਨੇ, ਜਿੱਥੇ ਖੇਤੀਬਾੜੀ ਵਿਭਾਗ ਆ, ਹਾਰਟੀਕਲਚਰ ਆ, ਸੋਇਲ ਕੰਜ਼ਰਵੇਸ਼ਨ, ਮੰਡੀ ਬੋਰਡ ਆ, ਸੈਕਟਰੀ ਨੇ, ਕੋਪਰ ਸੈਕਟਰੀ ਨੇ, ਰੈਵਨਿਊ ਪਟਵਾਰੀ ਵੀ ਲਵਾਂਗੇ, ਤਾਂ ਕਿ ਹਰ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾਵਾਂਗੇ। ਲੁਧਿਆਣਾ ਦੇ ਕਪੂਰ ਪੈਲੇਸ ਵਿੱਚ ਭਾਰਤੀ ਵਾਲਮੀਕ ਧਰਮ ਸਮਾਜ ਦੇ ਆਗੂਆਂ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 24 ਮਈ ਨੂੰ ਭਾਵਾਦਸ ਦੇ ਸਥਾਪਨਾ ਦਿਵਸ ਨੂੰ ਮਨਾਉਣ ਸੰਬੰਧੀ ਚਰਚਾ ਕੀਤੀ ਗਈ। ਇਸ ਮੌਕੇ ਤਿਆਰੀਆਂ ਲਈ ਮੈਂਬਰਾਂ ਦੀ ਡਿਊਟੀਆਂ ਵੀ ਲਗਾਈਆਂ ਗਈਆਂ। ਅੱਜ ਭਾਰਤੀ ਵਾਲਮੀਕ ਧਰਮ ਸਮਾਜ ਭਾਵਾਦਸ ਰਜਿਸਟਰ ਭਾਰਤ ਦੀ ਜਿਹੜੀ ਹੈ ਮੀਟਿੰਗ ਕਪੂਰ ਪੈਲੇਸ ਪਿੰਡੀ ਦੀ ਧਰਮਸ਼ਾਲਾ ਵਿਖੇ ਹੋਈ, ਜਿਸ ਦੇ ਵਿੱਚ ਭਾਵਾਦਸ ਦਾ ਜਿਹੜਾ ਸੰਗਠਨ ਦਾ ਸਥਾਪਨਾ ਦਿਵਸ 24 ਮਈ ਨੂੰ ਆ ਰਿਹਾ ਵਾ, ਉਹਦੇ ਉਪਲਕਸ਼ ਜਿਹੜਾ 28 ਮਈ ਨੂੰ ਡਾਕਟਰ ਅੰਬੇਡਕਰ ਭਵਨ ਨੇੜੇ ਅੰਬੇਡਕਰ ਚੌਂਕ ਸੈਕੰਡ ਟਾਪਰੀ ਨੇੜੇ ਪੁਲਿਸ ਥਾਣਾ, ਉੱਥੇ ਬੜੀ ਹਰਸ਼ੋल्लास ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸੰਗਠਨ ਦੀ ਜਿਹੜੀ ਕੇਂਦਰੀ ਸੰਗਠਨ ਦੀ ਜਿਹੜੀ ਸਮੁੱਚੀ ਟੀਮ ਹੈ ਭਾਰਤ ਦੀ, ਉਹ ਵੀ ਪਹੁੰਚੇਗੀ। ਉਹਦੇ ਨਾਲ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਸਾਡੇ ਧਾਰਮਿਕ ਸਮਾਜਿਕ ਮਹਾਂਪੁਰਸ਼, ਉਹ ਵੀ ਜਿਹੜੇ ਉਸ ਪ੍ਰਬੰਧ ਵਿੱਚ ਪਹੁੰਚਣਗੇ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਵੱਲੋਂ ਇੱਕ ਨਿੱਜੀ ਸਕੂਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਸਕੂਲ ਦੀ ਲਾਇਬ੍ਰੇਰੀ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਕਿਤਾਬ ਪੜ੍ਹਾਈ ਜਾਂਦੀ ਹੈ, ਜਿਸ ਵਿੱਚ ਭਾਰਤ ਫੌਜ ਦੇ ਕਈ ਤਰ੍ਹਾਂ ਦੇ ਆਰੋਪ ਲਗਾਏ ਗਏ ਹਨ। ABVP ਦੇ ਮੈਂਬਰਾਂ ਨੇ ਪੁਲਿਸ ਤੋਂ ਇਸ ਸੰਬੰਧੀ ਜਾਂਚ ਕਰਨ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਜੀ ਆਪਾਂ ਜਿਹੜਾ ਧਰਨਾ ਲਾਇਆ ਸੀਗਾ, ਜੋ ਵੀ ਆਪਣੀ ਕਾਰਵਾਈ ਆਪਣੀ ਕੀਤੀ ਸੀਗੀ ਮੈਮੋਰੈਂਡਮ ਦੇਣ ਤੋਂ ਬਾਅਦ, ਅੱਜ ਜਿਹੜਾ ਵੀ ਸਕੂਲ ਦਾ ਗੇਟ ਬੰਦ ਕੀਤਾ ਸੀਗਾ, ਉਸ ਤੋਂ ਬਾਅਦ SHO ਸਾਹਿਬ ਗੁਰਪ੍ਰੀਤ ਸਿੰਘ ਜੀ ਵੀ ਆਏ ਤੇ ਪੁਲਿਸ ਸਟਾਫ ਹੋਰ ਵੀ ਆਇਆ, ਤੇ ਉਹਨਾਂ ਨੇ ਅੰਦਰ ਸਟਾਫ ਨਾਲ ਗੱਲ ਕੀਤੀ ਹੈ, ਤੇ ਉਹਨਾਂ ਨੇ ਝੂਠ ਉਹਨਾਂ ਨੂੰ ਕਿਹਾ ਕਿ ਕਹਿੰਦੇ ਕਿ ਲਾਇਬ੍ਰੇਰੀ 'ਚ ਰੱਖੀ ਹੋਈ ਹੈ, ਪਰ ਇਹ ਆਪਾਂ ਕਨਫਰਮ ਹੈਗਾ ਕਿ ਇਹਨਾਂ ਨੇ ਵੰਡੀਆਂ ਨੇ ਅੰਦਰ ਸਕੂਲ 'ਚ। ਤੇ ਹੁਣ ਆਪਾਂ ਪਰਚਾ ਦੇਵਾਂਗੇ ਇਹਨਾਂ ਤੇ, ਉਹਨਾਂ PIU SHO ਸਾਹਿਬ ਗੁਰਪ੍ਰੀਤ ਸਿੰਘ। ਡਰਿਆ ਪ੍ਰਸ਼ਾਸਨ, ਬਿਲਕੁਲ ਡਰਿਆ ਅੰਦਰ ਸਕੂਲ ਸਟਾਫ ਦਾ। ਜਿਹੜਾ ਵੀ ਕੋਈ ਗਲਤ ਕੰਮ ਕਰੇਗਾ ਉਹ 100% ਉਹਨੇ ਡਰਨਾ ਹੀ ਡਰਨਾ। ਦੇਖੋ ਜੀ, ਗਲਤ ਕੰਮ ਤੁਹਾਡੇ ਸਾਹਮਣੇ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਜੇ ਇੰਡੀਅਨ ਆਰਮੀ ਨੂੰ ਤੁਸੀਂ ਰੇਪਿਸਟ ਕਹਿ ਰਹੇ ਹੋ ਜਾਂ ਉਹਨਾਂ ਦੇ ਕਹਿ ਰਹੇ ਹੋ ਕਿ ਉਹ ਕੁਝ ਗਲਤ ਕੰਮ ਕਰਦੀ ਹੈ, ਤੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੋਏਗਾ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਵੱਲ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਮੇਅਰ ਬਲਕਾਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ, ਵਿਕਾਸ ਲਈ ਦਿੱਤੀਆਂ ਗਈਆਂ ਅਹਿਮ ਮਨਜ਼ੂਰੀਆਂ, ਕੂੜੇ ਦੀ ਸਮੱਸਿਆ ਨੂੰ ਵੀ ਜਲਦ ਹੱਲ ਕਰਨ ਦਾ ਦਿੱਤੇ ਨਿਰਦੇਸ਼। ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਹੋਇਆ ਹੰਗਾਮਾ, ਸਾਧੂ ਦੇ ਭੇਖ 'ਚ ਲੁਟੇਰੇ ਨੇ ਲੁੱਟੇ ਪੈਸੇ, ਲੋਕਾਂ ਨੇ ਸਾਧੂ ਨੂੰ ਕਾਬੂ ਕਰ ਚਾੜਿਆ ਕਟਾਪਾ। ABVP ਮੈਂਬਰਾਂ ਨੇ ਨਿੱਜੀ ਸਕੂਲ ਦੇ ਪ੍ਰਬੰਧਕਾਂ ਤੇ ਲਾਏ ਇਲਜ਼ਾਮ, ਸਕੂਲ 'ਚ ਵੱਖਰੀ ਤਰ੍ਹਾਂ ਦੀ ਕਿਤਾਬ ਪੜ੍ਹਾਉਣ ਤੇ ਲਗਾਏ ਇਲਜ਼ਾਮ। ਰਾਏਕੋਟ 'ਚ ਬਾਈਕ ਸਵਾਰ ਲੁਟੇਰੇ ਨੇ ਖੋਇਆ ਔਰਤ ਦਾ ਪਰਸ 'ਚ ਸੀ ਕਰੀਬ 1.5 ਲੱਖ ਦੀ ਨਕਦੀ। ਬੈਂਕ ਦੇ ਵਿੱਚ ਨਕਦੀ ਜਮ੍ਹਾਂ ਕਰਾਉਣ ਦੇ ਲਈ ਜਾ ਰਹੀ ਸੀ ਔਰਤ। ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।